पंजाब में भगवंत मान सरकार ने 12,710 कॉन्ट्रैक्ट टीचर्स को परमानेंट कर दिया, लेकिन फिर भी ये कॉन्ट्रैक्ट टीचर्स विरोध कर रहे हैं, सरकार के विरुद्ध नारे लगा रहे हैं। क्यों? दरअसल इनका आरोप है कि सरकार ने रेगुलर करने के नाम पर इनके साथ बहुत बड़ा धोखा कर दिया है। जिन्होंने आज नियुक्ति पत्र मिल रहे हैं तो वो पंजाब सरकार के परिवार का हिस्सा बन जा रहे हैं। ਲੋਕਾਂ ਦੇ ਦਿਮਾਗ ਵਿੱਚ ਇਦਾਂ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਪੱਕੇ ਹੋ ਗਏ ਹੋ। ਝੂਠਾ ਸਿੱਖਿਆ ਮੰਤਰੀ ਮੁਰਦਾਬਾਦ 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 ਕਿ ਇਹਦੇ ਵਿੱਚ ਪੱਕੇ ਵਾਲਾ ਕੁਝ ਨਹੀਂ ਹੈਗਾ, ਕਿਉਂਕਿ ਸਾਨੂੰ ਸ਼ਬਦ ਹੀ ਨਹੀਂ ਦਿਸਿਆ ਇੱਥੇ ਪੱਕਾ ਲਿਖਿਆ ਕਿੱਥੇ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਸਾਡੇ ਤੇ ਸਾਰੇ ਸੀਐਸਆਰ ਜਿਹੜੇ ਰੂਲ ਨੇ ਉਹ ਲਾਗੂ ਕਰਕੇ ਸਾਨੂੰ ਆਰਡਰ ਦਿੱਤੇ ਜਾਣ। ਪੰਜਾਬ ਸਰਕਾਰ ਹਾਏ ਹਾਏ ਇੱਥੇ ਅਸੀਂ ਨੇੜੇ ਬੈਠੇ ਹਾਂ ਸਰ, ਅਸੀਂ ਤਾਂ ਕਦੀ ਵੀ ਨਹੀਂ ਦੇਖਿਆ ਕੋਈ ਮੁੱਖ ਮੰਤਰੀ ਦਾ ਕੋਈ ਵੀ ਆਇਆ ਹੋਵੇ ਤੇ ਪੀਏ ਡੀਏ ਸਾਡੇ ਨਾਲ ਗੱਲ ਕਰਨ। ਸਰ आपको ये तस्वीरें याद होगी, 4 दिन पुरानी है, जब 28 जुलाई को सीएम भगवंत मान ने 12,710 कॉन्ट्रैक्ट टीचर्स को रेगुलर किया था। उन्हें बाकायदा नियुक्ति पत्र दिए गए थे। इस मौके पर कई महिला टीचर्स भावुक भी हो गई थी और सीएम भगवंत मान की तारीफ करते नहीं थक रही थी। ਉਹ ਵੀ ਸੀਐਮ ਹੁੰਦੇ ਸੀ ਜਿਹਨੂੰ ਲਾਠੀਆਂ ਵਰਦੀਆਂ ਸੀ, ਟਾਵਰ ਤੇ ਚੜਨਾ ਪਿਆ ਇੱਕ ਕੁੜੀਆਂ ਨੂੰ ਨਹਿਰਾਂ 'ਚ 5 ਜੁਲਾਈ ਨੂੰ ਛਾਲ ਮਾਰਨੀ ਪਈ, 13 ਦਿਨ ਜੇਲ੍ਹ ਕੱਟਣੀ ਪਈ। ਉਹ ਹਰਸਿਮਰਤ ਕੌਰ ਬਾਦਲ ਅੱਜ ਟਵੀਟ ਕਰਦੇ ਆ, ਉਦੋਂ ਉਹਨਾਂ ਨੇ ਕੋਈ ਟਵੀਟ ਨਹੀਂ ਕੀਤਾ। ਰਾਤ ਦੇ 12 ਵਜੇ ਮੈਨੂੰ ਜੇਲ੍ਹ 'ਚ ਕਰਤਾ। ਮੇਰੀ 5 ਸਾਲ ਦੀ ਬੇਟੀ ਸੀ ਉਦੋਂ, ਪਰ ਮੈਂ ਪਹਿਲੇ ਮੁੱਖ ਮੰਤਰੀ ਸਾਹਿਬ ਵੇਖਿਆ ਜਲੰਧਰ 'ਚ 11 ਮੀਟਿੰਗਾਂ ਕਰ ਗਏ, ਨਹੀਂ ਤੇ ਕੋਈ ਚੰਡੀਗੜ੍ਹ 'ਚ ਨਹੀਂ ਕਰ ਸਕਦਾ। ਭਗਵੰਤ ਮਾਨ ਸਾਹਿਬ ਜਿੰਦਾਬਾਦ ਹੈ, ਜਿੰਦਾਬਾਦ ਰਹਿਣਗੇ ਤੇ ਆਉਣ ਵਾਲੇ ਕਦੇ ਅਸੀਂ ਹੋਰ ਕਿਸੇ ਨੂੰ ਵੋਟਾਂ ਵੀ ਨਹੀਂ ਪਾਵਾਂਗੇ। ਅੱਜ ਅਸੀਂ ਕਹਿੰਦੇ ਆ सीएम सरदार भगवंत मान साहब जिंदाबाद मुर्दाबाद मुर्दाबाद। अब यही कॉन्ट्रैक्ट टीचर्स एक बार फिर सड़कों पर पक्के करो संगरूर में सीएम भगवंत मान के खिलाफ नारेबाजी कर रही है। मुर्दाबाद मुर्दाबाद। झूठा सिक्ख्या मंत्री मुर्दाबाद मुर्दाबाद मुर्दाबाद। पंजाब सरकार के फैसले पर नाराजगी जता रही है। ਇੱਕ ਐਲਾਨ ਕੀਤਾ ਸੀ 5 ਸਤੰਬਰ ਨੂੰ, ਜਿਹਦੇ ਵਿੱਚ 8736 ਅਧਿਆਪਕਾਂ ਦਾ ਐਲਾਨ ਸੀ ਕਿ ਇਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਜਿਨ੍ਹਾਂ ਦੇ 10 ਸਾਲ ਰੈਗੂਲਰ ਪੂਰੇ ਹੋ ਰਹੇ ਆ। ਉਹ ਐਲਾਨ ਦਾ ਐਲਾਨ ਹੀ ਰਹਿ ਗਿਆ, ਜਿਹੜੀ ਪਾਲਿਸੀ ਬਣੀ ਉਹ ਵੀ ਇੱਕ ਸਾਈਡ ਤੇ ਕਿਤੇ ਰੱਖ ਦਿੱਤੀ ਗਈ ਦੱਬ ਕੇ। ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵਾਂ ਐਲਾਨ ਕੀਤਾ 12,710 ਜਿਹੜੇ ਆ ਉਹ ਅਸੀਂ ਸਾਰੇ ਇਕੱਠੇ ਕਰਕੇ ਇਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ। ਪੱਕੇ ਦਾ ਇੱਕ ਸ਼ਬਦ ਦਿੱਤਾ ਗਿਆ ਵੀ ਪੱਕਾ, ਅਸਲ ਦੇ ਵਿੱਚ ਪੱਕੇ ਵਾਲਾ ਉਹਦੇ ਵਿੱਚ ਕੁਝ ਵੀ ਹੈ ਨਹੀਂ, ਕੋਈ ਸੀਐਸਆਰ ਰੂਲ ਨਹੀਂ ਹੈਗੇ, ਕੋਈ ਉਹਦੇ ਵਿੱਚ ਮੈਡੀਕਲ ਭੱਤੇ ਜਾਂ ਜੋ ਰੈਗੂਲਰ ਨੂੰ ਕੋਈ ਸਹੂਲਤਾਂ ਮਿਲਦੀਆਂ ਕੁਝ ਵੀ ਉਹਦੇ ਵਿੱਚ ਨਹੀਂ ਹੈਗਾ। ਸੋ ਇਸ ਚੀਜ਼ ਨੂੰ ਅਸੀਂ ਬਿਲਕੁਲ ਨਕਾਰ ਰਹੇ ਹਾਂ ਕਿ ਜੋ ਤਨਖਾਹ ਦਾ ਵਾਧਾ ਉਹ ਸਾਨੂੰ ਜ਼ਰੂਰ ਦਿੱਤਾ ਗਿਆ, 5% ਇਨਕਰੀਮੈਂਟ ਆ, ਇਸ ਤੋਂ ਬਿਨਾ ਕੁਝ ਵੀ ਨਹੀਂ ਉਹਦੇ ਵਿੱਚ ਮਿਲਿਆ। इनका आरोप है कि सरकार बड़ी चालाकी से झूठा प्रचार कर रही है। सरकारी विज्ञापनों में बताया जा रहा है कि 12,710 कॉन्ट्रैक्ट टीचर्स को रेगुलर कर दिया है, लेकिन ये सरासर झूठ है, क्योंकि सरकार ने जो नियुक्ति पत्र दिए हैं उनमें कहीं भी रेगुलर शब्द तक नहीं है। सरकार ने रेगुलर करने के नाम पर सिर्फ थोड़ी सैलरी बढ़ाई है, इसके अलावा कोई सुविधा नहीं मिली है। ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਸਾਹਿਬ ਨੇ ਪ੍ਰੋਗਰਾਮ ਕੀਤਾ ਹੈਗਾ, ਪੱਕੇ ਕੀਤੇ ਨੇਗੇ। ਉਹਨਾਂ ਵਿੱਚੋਂ ਕੋਈ ਵੀ ਅਧਿਆਪਕ ਪਹਿਲੀ ਗੱਲ ਤੇ ਹੈ ਵੀ ਪੱਕਾ ਨਹੀਂ ਕੀਤਾ। ਪੱਕਾ ਜਿਹੜਾ ਕੱਚਾ ਸ਼ਬਦ ਹੈ ਉਹ ਕਹਿ ਰਹੇ ਨੇ ਵੀ ਹਟਾ ਦਿੱਤਾ ਹੈਗਾ, ਪਰ ਸਾਡੇ ਨਾਲ ਜਿਹੜਾ ਕੱਚਾ ਸ਼ਬਦ ਹੈ ਉਹ ਅੱਜ ਵੀ ਜੁੜਿਆ ਹੋਇਆ ਹੈਗਾ। ਉਹ ਟੀਚਰ ਨੇ ਜਿਹੜੇ ਉਹਨਾਂ ਦੀ ਮੰਗ ਹੈ ਸ਼ਾਇਦ ਤਨਖਾਹ ਵਾਧੇ ਦੀ ਹੋਈ ਸੀਗੀ, ਪਰ ਸਾਡੀ ਮੰਗ ਕਦੇ ਵੀ 18 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਤੋਂ ਤਨਖਾਹ ਵਾਧੇ ਦੀ ਨਹੀਂ ਰਹੀ। ਸਾਡੀ ਮੰਗ ਹਮੇਸ਼ਾ ਰੈਗੂਲਰ ਦੀ ਰਹੀ ਹੈ ਤੇ ਅੱਜ ਵੀ ਸਾਡੀ ਮੰਗ ਹੈ ਜਿਹੜੀ ਉਹ ਰੈਗੂਲਰ ਦੀ ਹੈ। ਸਾਡੇ ਤਾਂ ਸਰ 8-10 ਸਾਲ ਰਹਿ ਗਏ ਨੇ, 20 ਸਾਲ ਸਾਨੂੰ ਸਰ ਰੌਲਾ ਪਾਉਂਦੇ ਰਹਿ ਗਏ, 8-10 ਸਾਡੇ ਸਾਲ ਰਹਿ ਗਏ ਨੇ, ਹਾਲੇ ਵੀ ਸਰ ਕਹਿ ਰਹੇ ਨੇ ਪੱਕਾ ਪੱਕਾ। ਸਾਨੂੰ ਫਿਰ ਵੀ ਖੁਸ਼ੀ ਦੀ ਆਸ ਸੀਗੀ ਜਦ 5 ਸਤੰਬਰ ਉਹਨਾਂ ਨੇ ਐਲਾਨ ਕੀਤਾ ਕਿ ਤੁਹਾਨੂੰ ਅਸੀਂ ਪੱਕੇ ਕਰਾਂਗੇ। ਠੀਕ ਹੈ ਸਰ, ਅਸੀਂ ਉਮੀਦ ਤੇ ਬੈਠ ਕੇ ਐਂਡ ਜਦ ਸਾਡਾ ਆਇਆ ਤਾਂ ਸਾਨੂੰ 33% ਸਾਨੂੰ 3 ਤਿੱਗਣਾ ਵੀ ਨਾ ਸਾਡਾ ਵਾਅਦਾ ਕਰਕੇ ਦੁੱਗਣਾ ਕੀਤਾ ਗਿਆ। ਸਰ ਦੇਖੋ ਕਿੰਨੀ ਇੱਕ ਡਿਪਰੈਸ਼ਨ ਦੀ ਗੱਲ ਆ ਸਾਡੇ ਵਾਸਤੇ। ਅਸੀਂ ਪੂਰੇ ਦੇ ਪੂਰੇ ਟੀਚਰ ਇੰਨੇ ਡਿਪਰੈਸ਼ਨ ਦੇ ਵਿੱਚ ਹਾਂ ਕਿ ਅਸੀਂ ਕੀ ਦੱਸੀਏ। 20 ਸਾਲ ਦੇ ਵੀ ਸਾਡਾ ਸਿਰਫ 23,000 ही है सर। ये इंद्रजीत सिंह है, पिछले करीब 50 दिनों से 80 फीट ऊंची पानी की टंकी पर प्रोटेस्ट कर रहे हैं। सरकार के इस फैसले से इनमें भी जबरदस्त आक्रोश है। भगवंत मान सरकार को कोस रहे हैं और खुद को ठगा सा महसूस कर रहे हैं। साथ ही चेतावनी दे रहे हैं कि सरकार की ये चालबाजी नहीं चलेगी, कॉन्ट्रैक्ट टीचर्स का आंदोलन जारी रहेगा। ਇਹ ਸਰ ਇਹ ਜਿਹੜੀ ਸਰਕਾਰ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ, ਇਹ ਸਰਕਾਰ ਦੀ ਕੋਈ ਨੀਤੀ ਅਜਿਹੀ ਆ ਵੀ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਦੇ ਰਾਹੀਂ, ਫਲੈਕਸ ਬੋਰਡਾਂ ਦੇ ਰਾਹੀਂ,
ਮੀਡੀਆ ਦੇ ਰਾਹੀਂ ਲੋਕਾਂ ਦੇ ਗੱਲ ਜਚਾਈ ਚੱਲੋ, ਚਾਹੇ ਉਹ ਝੂਠੀ ਹੋਵੇ। ਸੋ ਸਾਨੂੰ ਮਤਲਬ 14-15 ਵਾਰ ਪੱਕੇ ਕਰਨ ਦੀ ਗੱਲ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਆਪਣੇ ਮੂੰਹੋਂ ਕਹੀ ਆ। ਜੇ ਸਾਰੇ ਗਿਣਨੇ ਹੋਣ ਤਾਂ 15 ਵਾਰ ਉਹਨਾਂ ਨੇ ਕਹਿ ਦਿੱਤਾ, ਤੇ ਪਰ ਅਸਲੀਅਤ ਜਦੋਂ ਪੱਕੇ ਕਰਨ ਦਾ ਟਾਈਮ ਆਇਆ ਉਦੋਂ ਸਿਰਫ ਤਨਖਾਹ ਵਧਾਤੀ ਤੇ ਉਹਨੂੰ ਵੀ ਪੱਕੇ ਕਰਨ ਦੇ ਰੂਪ ਦੇ ਵਿੱਚ ਲੋਕਾਂ 'ਚ ਪਰੋਸਿਆ ਜਾ ਰਿਹਾ। सरकार कॉन्ट्रैक्ट टीचर्स को रेगुलर करने को लेकर ताबड़तोड़ प्रचार कर रही है, खूब वाहवाही बटोर रही है और दूसरे कॉन्ट्रैक्ट कर्मचारियों को भी पक्का करने का आश्वासन दे रही है। वहीं जिन कॉन्ट्रैक्ट टीचर्स को रेगुलर किया गया है वो अभी भी धरना दे रहे हैं, सरकार पर झूठे प्रचार का आरोप लगा रहे हैं। हालांकि अभी तक कॉन्ट्रैक्ट टीचर्स के आरोपों पर सरकार की कोई प्रतिक्रिया सामने नहीं आई है। संगरूर से बलवंत सिंह बिक्की के साथ आज तक ब्यूरो। टीचर्स के साथ साथ पंजाब में अब किसानों ने भी सरकार के विरुद्ध मोर्चा खोल दिया। गुरदासपुर में किसानों ने जम्मू अमृतसर नेशनल हाईवे को जाम कर दिया, धरने पर बैठ गए। किसानों का आरोप है कि सरकार ने खेतों में बाढ़ के पानी की निकासी का कोई इंतजाम ही नहीं किया, फसलें बर्बाद हो रही हैं। मंत्री नेता बाढ़ प्रभावित इलाकों में पहुंचकर सिर्फ फोटो खिंचवा रहे हैं। इस बार पंजाब के कई हिस्सों में सैलाब ने जमकर कहर बरपाया है। अब धीरे धीरे बाढ़ का पानी तो कम होने लगा, लेकिन किसानों की मुश्किलें बढ़ गई हैं। इसलिए गुरदासपुर में किसानों ने जम्मू अमृतसर नेशनल हाईवे जाम करके सरकार के खिलाफ धरना प्रदर्शन शुरू कर दिया है। दरअसल गुरदासपुर में रावी नदी के पानी ने किसानों की फसलों को बड़ा नुकसान पहुंचाया है और अभी भी खेतों में 5 से 6 फीट पानी भरा हुआ है, जिससे धान की फसल तो बर्बाद हो गई। अब किसानों को गन्ना की फसल भी खराब होने का डर सता रहा है। ਉਹ ਪੰਚਾਇਤ ਭਵਨ ਸਾਡਾ ਮੀਟਿੰਗ ਵੀ ਹੋਈ ਹੈ ਡੀ ਸਾਹਿਬ ਦੀ ਵੀ ਅਸੀਂ ਹੁਣ ਬਿਲਕੁਲ ਤੁਹਾਨੂੰ ਆਉਣ ਦੀ ਲੋੜ ਨਹੀਂ ਪਏਗੀ, ਇਹ ਕਹਿੰਦੇ ਤਾਂ ਧਰਨਾ ਲਾਵਾਂਗੇ, ਜੇ ਤੁਸੀਂ ਮਸਲਾ ਹੱਲ ਕਰ ਦਿੰਦੇ ਹੋ ਕਿਸਾਨਾਂ ਦਾ ਤੇ ਅਸੀਂ ਬਿਲਕੁਲ ਨਹੀਂ ਲਾਵਾਂਗੇ। ਉਹਨਾਂ ਸਾਡੀ ਬੇਨਤੀ ਜਿਹੜੀ ਮਨਜ਼ੂਰ ਨਹੀਂ ਕੀਤੀ। ਅਸੀਂ ਅੱਜ ਇਹਨਾਂ ਨੂੰ ਮੰਗ ਪੱਤਰ ਦੇ ਕੇ ਸਾਰਾ ਕੁਝ ਅੱਜ ਇਹ ਧਰਨਾ ਰੱਖਿਆ। ਸਭ ਤੋਂ ਮੇਨ ਚੀਜ਼ ਇਹ ਆ ਕਿ ਇਹ ਜਿਹੜਾ ਇਲਾਕੇ ਦਾ ਨੁਕਸਾਨ ਹੋਇਆ ਨਾ, ਇਹ ਜਿਹੜਾ ਦਰਿਆਵਾਂ ਦੇ ਕੁਦਰਤੀ ਵਹਾਅ ਨੂੰ ਰੋਕਣ ਵਾਸਤੇ ਜਿਹੜੀ ਅੱਗੇ ਦੀਵਾਰ ਕੱਢੀ ਗਈ ਆ ਨਾ, ਉਸ ਦੀਵਾਰ ਦੇ ਨਾਲ ਜਿਹੜਾ ਨੁਕਸਾਨ ਹੋਇਆ, ਮੇਨ ਜਿਹੜੀ ਸਾਡੀ ਗੱਲ ਜਿਹੜੀ ਆ ਉਹ ਹੈ। ਤੇ ਬਾਕੀ ਇਹ ਪਾਣੀ ਜਿਹੜਾ 1.5 ਮਹੀਨੇ ਤੋਂ ਪਾਣੀ ਨਹੀਂ ਕੱਢਿਆ, ਉਹਦੇ ਨਾਲ ਪਸ਼ੂਆਂ ਨੂੰ ਬਿਮਾਰੀਆਂ ਲੱਗ ਚੁੱਕੀਆਂ ਨੇ, ਬੰਦਿਆਂ ਦੇ ਮਹਾਂਮਾਰੀ ਜਿਹੜੀ ਆ ਉਹ ਚਾਲੂ ਨਹੀਂ, ਜਿਸ ਕਰਕੇ ਸਾਨੂੰ ਦੁੱਖ ਹੈ ਤੇ ਧਰਨਾ ਇਸ ਕਰਕੇ। किसानों का आरोप है कि प्रशासन से कई बार गुहार लगा चुके हैं, इसके बावजूद मुआवजा तो छोड़िए, खेतों से पानी की निकासी तक का इंतजाम नहीं किया गया। इससे आक्रोशित किसानों ने साफ कह दिया कि जब तक खेतों से पानी की निकासी नहीं होगी तब तक जम्मू अमृतसर नेशनल हाईवे बंद रहेगा। ਵੇਖੋ ਪਿਛਲੇ 1.5 ਮਹੀਨੇ ਤੋਂ 3 ਤੋਂ 4,000 ਕਿੱਲਾ ਕਮਾਦ ਦੀ ਫਸਲ ਜਿਹੜੀ ਪਾਣੀ ਦੀ ਮਾਰ ਥੱਲੇ, ਪਾਣੀ ਖੜਾ ਵਾ, ਪਾਣੀ ਨਿਕਲ ਨਹੀਂ ਰਿਹਾ। ਉਹਦੇ ਵਾਸਤੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਕਰਕੇ ਮੰਗ ਪੱਤਰ ਦੇ ਕੇ ਤੇ ਅਜੇ ਤੱਕ ਪ੍ਰਸ਼ਾਸਨ ਦੀ ਕੰਨ ਤੇ ਜੂੰ ਨਹੀਂ ਛਰਕੀ। ਹਾਲਾਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿ ਫਸਲ ਨੂੰ ਕਿੱਦਾਂ ਬਚਾਉਣਾ ਤੇ ਪਾਣੀ ਦਰਿਆ 'ਚ ਕਿੱਦਾਂ ਘੱਲਣਾ। ਉੱਥੇ ਦਰਿਆ ਦੇ ਉੱਤੇ ਗਾੜੀ ਕੰਧਾਂ ਕੀਤੀਆਂ ਇਹਨਾਂ ਨੇ, ਪਾਣੀ ਦਰਿਆ 'ਚ ਪੈਂਦਾ ਨਹੀਂ, ਫਸਲ ਪਿੱਛੇ ਖਰਾਬ ਹੋਣ ਦੀ ਆ। ਇਹ ਅਖੀਰ ਵਿੱਚ ਸਾਨੂੰ ਆਹ ਸਟੈਪ ਆ ਸਾਡੇ ਕੋਲ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ। संगरूर में भी किसान बेहाल है, क्योंकि घग्गर नदी में आई बाढ़ से यहाँ किसानों की 45,000 एकड़ फसल बर्बाद हो चुकी है। जहाँ पानी कम हो गया है वहाँ किसान दोबारा अपने खेतों में धान लगाने में लगे हैं। ਸਾਡੇ ਜੀ 11 ਤਰੀਕ ਨੂੰ ਪਾਣੀ ਆਇਆ ਜੀ, 7ਵੇਂ ਮਹੀਨੇ ਦੇ ਨੂੰ ਜੀ 11 ਨੂੰ ਪਾਣੀ ਆਇਆ ਜੀ, ਫੁੱਲ ਪਾਣੀ ਆ ਗਿਆ। ਇੱਧਰ ਹੋਤੀਪੁਰ ਗਲਾੜ ਕਣੀਓ ਨੱਕਾ ਟੁੱਟ ਗਿਆ ਦਾ, ਜਮੀਨ ਖੜਾ ਪਾਣੀ ਆਇਆ, ਸਾਰੀ ਤਬਾਹ ਕਰਦੀ ਜ਼ਮੀਨ ਜੀ। ਮੇਰੇ ਕੋਲ ਜ਼ਮੀਨ ਜਮੂਨ ਹੈ ਨਹੀਂ, 8-10 ਕਿੱਲੇ ਮੈਂ ਠੇਕੇ ਵੇ ਲਏ ਹੋਏ ਜੀ, ਠੇਕੇ ਵੇ ਲੈ ਕੇ ਲਾਏ ਤੇ ਮੇਰੀ ਸਾਰੀ ਜੀਰੀ ਡੁੱਬ ਗਈ। ਹੁਣ ਦੁਬਾਰਾ ਲਾਉਣ ਲੱਗ ਰਹੇ ਜੀ, ਪਿਓ ਦੀ ਇੱਧਰ ਪਰਾਂ ਜੀਂਦ ਕਣੀਓ ਲੈ ਆਏ ਜੀ। ਸਾਡਾ ਪਿੰਡ ਮੰਡਵੀ ਹੈ ਜੀ, ਜ਼ਿਲ੍ਹਾ ਸੰਗਰੂਰ ਜੀ। ਸਾਡੇ ਸਾਰਿਆਂ ਘਰਾਂ ਦੀ ਲਾ ਕੇ ਇੱਥੇ ਘੱਟੋ ਘੱਟ ਵੀ ਜੀ 150-200 ਕਿੱਲਾ ਡੁੱਬ ਗਈ ਹੈ ਜੀ। ਤੇ ਖਰਚਾ ਲਾ ਲਓ, ਹੁਣ ਆ ਤਾਇਆ ਜੀ ਦੀ ਮੋਟਰ ਤੇ ਬੈਠੇ ਆ ਅਸੀਂ, ਇਹਨਾਂ ਦੇ 30 ਕਿੱਲੇ ਨੇ, ਇਹਨਾਂ ਦਾ ਖਰਚਾ ਹੋ ਗਿਆ ਜੀ 3.5 ਲੱਖ ਤੋਂ ਲੈ ਕੇ 360 ਹੋ ਗਿਆ ਜੀ ਸਾਰਾ, ਰੇਹਾਂ ਦਵਾਈਆਂ ਦਾ ਸਾਰੀ ਲਵਾਈ ਪਾ ਕੇ ਜੀ। ਤੇ 10 ਏਕੜ ਆਪਣਾ ਖੇਤ ਜੀ, ਉਹਨਾਂ ਦੀ ਵੀ ਲਵਾਈ ਸਾਰੀ ਦੁਬਾਰੇ ਦੇਣ ਰਹੇ ਆ ਜੀ। ਹੁਣ धान की फसल तो पहले ही बर्बाद हो गई, अब दोबारा फसल लगाने के लिए किसानों को हरियाणा से बीज लाना पड़ रहा है। इसमें किसानों का काफी ज्यादा खर्चा बढ़ चुका है, लिहाजा किसान सरकार से मदद की आस लगाकर बैठे हैं। ਇਹ 11 ਜੁਲਾਈ ਨੂੰ ਆਏ ਸੀ ਜੀ, ਹੌਲੀ ਉਹ ਤੋਂ ਬਾਅਦ 20-21 ਜੁਲਾਈ ਨੂੰ ਘਟਣ ਲੱਗਿਆ ਸੀ, ਥੋੜਾ ਘਟੀ ਜਾਂਦਾ। 38-40 ਕਿੱਲੇ ਮੇਰੇ ਡੁੱਬ ਗਏ ਸੀ, 2 ਕਿੱਲੇ ਬਚੇ ਨੇ ਜੀ। बाढ़ से सबसे ज्यादा नुकसान धान की फसल को हुआ है, हजारों एकड़ फसलें पानी में समा गई है। कई जगहों पर अभी भी खेत में सैलाब दिखाई दे रहा है। किसानों के सामने सबसे बड़ा संकट ये है कि फसल बर्बाद होने के बाद अब दूसरी फसल की तैयारी कैसे करें।
गुरदासपुर से बिशंबर बिट्टू और संगरूर से बलवंत सिंह डिक्की के साथ आज तक ब्यूरो। शहीद उधम सिंह के 84वें बलिदान दिवस के अवसर पर मुख्यमंत्री भगवंत मान सुनाम पहुंचे। उन्होंने शहीद उधम सिंह को श्रद्धांजलि अर्पित की, उनके बलिदान को याद किया। शहीद उधम सिंह, शहीद भगत सिंह, शहीद करतार सिंह जैसे महान शहीदों को भारत रत्न अवार्ड देने की मांग की और राष्ट्रवाद के बहाने केंद्र सरकार को घेरा भी। ये केंद्र सरकार कौन होंदी है शहीद दा दर्जा देने वाली? राष्ट्रीय शहीद नहीं जी, ਇਹ ਕੌਣ ਹੁੰਦੇ ਨੇ ਸਾਨੂੰ ਰਾਸ਼ਟਰਵਾਦ ਦਾ ਸਰਟੀਫਿਕੇਟ ਦੇਣ ਵਾਲੇ? ਜੇ ਭਾਰਤ ਰਤਨ ਸ਼ਹੀਦ ਉਦਮ ਸਿੰਘ ਨੂੰ, ਕਰਤਾਰ ਸਿੰਘ ਸਰਾਭਾ ਨੂੰ ਜਾਂ ਸ਼ਹੀਦ ਭਗਤ ਸਿੰਘ ਨੂੰ ਦੇ ਦੋਗੇ ਤਾਂ ਭਾਰਤ ਰਤਨ ਦਾ ਸਨਮਾਨ ਵਧੂਗਾ। ਸ਼ਹੀਦੇ ਆਜ਼ਮ ਭਗਤ ਸਿੰਘ ਜਾਂ ਸ਼ਹੀਦਾਂ ਦਾ ਤਾਂ ਸਾਡੇ ਦਿਲ 'ਚ ਰੁਤਬਾ ਪਹਿਲਾਂ ਹੀ ਹੈ। ਸੋ ਇਹ ਕੌਣ ਹੁੰਦੇ ਨੇ ਐਨਓਸੀਆਂ ਦੇਣ ਵਾਲੇ ਸਾਨੂੰ? पंजाब के मुख्यमंत्री भगवंत मान और बीजेपी नेता मनप्रीत सिंह बादल के बीच विवाद बढ़ रहा है। मान राजनीति में बादल के साथ ही आए थे, लेकिन अब दोनों आमने सामने। बीते दिनों मनप्रीत बादल और मान के बीच ट्विटर वॉर के बाद अब मुख्यमंत्री भगवंत मान ने बादल पर दोबारा हमला किया है। मनप्रीत बादल ने मैनू पॉलिटिक्स च लेके आंदा, उन्हें उदों पंजाब दा सुनेहा दिता सी ते मैं तो सुनेहे ते खड़ा ना, मैं तो उसे सुनेहे ते खड़ा। आप किधर चले गए जनाब? मैनू कहना तू ड्रामेबाज है। मैं क्या शहीद आजम भगत सिंह दे पिंड दी मिट्टी दी सौं खा के कांग्रेस जाना, उस बाद बीजेपी जाना, इदू बड़ा तो ड्रामेबाज ही नहीं कोई हो सकता। ऑस्कर अवार्ड मिलना चाहिए। मैं उत्थे ही खड़ा। 23 जून को सोनू सूद ने मुंबई में अपने फैंस के साथ अपना 50वां जन्मदिन मनाया। स्थिति ये रही कि जैसे ही वो घर से बाहर निकले, उनके चाहने वालों ने उन्हें घेर लिया। ढोल नगाड़ों के साथ सोनू सूद का स्वागत हुआ। हर कोई सोनू के साथ फ़ोटो खिंचवाने के लिए बेताब था। सोनू ने अपने चाहने वालों को निराश नहीं किया। अपनी कार पर सवार सोनू सूद ने सभी का अभिवादन किया। उनके फैंस लगातार सोनू सूद पर फूल बरसाते रहे। मुझसे ज़्यादा ये इन लोगों के लिए दिन होता है और मैं कोशिश करता हूँ कि सब लोग जितनी दूर से आते हैं लोग सब खुश जाएं और आई थिंक इन्हीं की दुआओं के कारण आज हम लोग, आप लोग यहाँ पर एक साथ खड़े हुए हैं। और मैं हमेशा बोलता हूँ कि जब एक उम्मीद लेकर लोग छोटे छोटे शहरों से आते हैं, उनको पता नहीं कि कब मुलाकात होगी। मैं अभी कुछ लोगों से मिला जिन्होंने, एक परिवार वाला अपना साइकिल बेच कर आया हुआ था, एक मोबाइल फ़ोन बेच कर यहाँ पर आया, उसके पास टिकट के पैसे भी नहीं थे। सो आई थिंक पता चलता है कि जो ज़िंदगी है लाइट कैमरा एक्शन से बहुत बड़ी है। दुआओं बड़ी इम्पॉर्टेंट है ना, और इन सब को देखकर लगता है कि और बहुत कुछ करना बाकी है और ज़रूरतमंद जो लोग हैं उनके चेहरों पर वापस मुस्कान लानी बड़ी इम्पॉर्टेंट है।